जी स्टूडेंट्स, ਤੁਹਾਡਾ ਸਭ ਦਾ ਸਵਾਗਤ ਹੈ ਸਮਾਰਟ ਸਟਾਰਟ ਅਕੈਡਮੀ ਦੇ YouTube ਚੈਨਲ ਕੀ 0.05 ਦੇ ਵਿੱਚ। ਆਪਾਂ ETT ਕੈਡਰ 994 ਪੋਸਟਾਂ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ ਹੋਈ ਹੈ। ਅੱਜ ਆਪਾਂ ਇੰਗਲਿਸ਼ ਦਾ ਫਰਸਟ ਲੈਕਚਰ ਲਗਾਵਾਂਗੇ। ਅੱਜ ਦਾ ਜੋ ਆਪਣਾ ਟੌਪਿਕ ਹੈ ਦੈਟ ਇਜ਼ ਆਰਟੀਕਲਸ। ਸੋ ਅੱਜ ਆਪਾਂ ਆਰਟੀਕਲਸ ਬਾਰੇ ਪੜ੍ਹਾਂਗੇ। ਸੋ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ। ਅਗਰ ਬੱਚੇ ਸਾਡੇ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਆ ਤਾਂ ਦਿੱਤੇ ਹੋਏ ਨੰਬਰਸ 'ਤੇ ਕੋਂਟੈਕਟ ਕਰ ਲੈਣ। ਅਤੇ ਕੀ 0.05 ਹੀ ਸਾਡਾ ਇੰਸਟਾਗ੍ਰਾਮ ਹੈਂਡਲ ਹੈ, ਉੱਥੇ ਜਾ ਕੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਤਾਂ ਚਲੋ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ ਆਰਟੀਕਲਸ ਦੇ ਬਾਰੇ। ਸੋ ਆਰਟੀਕਲਸ 3 ਹੁੰਦੇ ਹੈ, ਏ ਐਨ ਦਾ। ਬੇਸਿਕਲੀ ਆਰਟੀਕਲਸ ਦਾ ਮਤਲਬ ਕੀ ਹੈ? ਆਰਟੀਕਲਸ ਉਹ ਵਰਡਸ ਹੈ ਜਿਹੜੇ ਜਾਂ ਤਾਂ ਨਾਊਨ ਤੋਂ ਪਹਿਲਾਂ ਯੂਜ਼ ਹੁੰਦੇ ਆ, ਯੂਜ਼ਡ ਬਿਫੋਰ ਅ ਨਾਊਨ, ਇੱਕ ਨਾਂਵ ਤੋਂ ਪਹਿਲਾਂ ਵਰਤੇ ਜਾਂਦੇ ਆ, ਜਾਂ ਫਿਰ ਯੂਜ਼ਡ ਇਨ ਦੀ ਪੋਜੀਸ਼ਨ ਆਫ ਨਾਊਨ, ਜਾਂ ਫਿਰ ਨਾਊਨ ਦੀ ਜਗ੍ਹਾ 'ਤੇ ਵਰਤੇ ਜਾਂਦੇ ਆ। ਨਾਊਨ ਤੋਂ ਪਹਿਲਾਂ ਜਾਂ ਫਿਰ ਨਾਊਨ ਦੀ ਜਗ੍ਹਾ 'ਤੇ ਵਰਤੇ ਜਾਂਦੇ ਆ, ਉਹਨਾਂ ਨੂੰ ਕੀ ਕਹਿੰਦੇ ਆ? ਆਰਟੀਕਲਸ ਕਹਿੰਦੇ ਆ। ਸੋ ਆਰਟੀਕਲਸ ਬੇਸਿਕਲੀ ਕੀ ਹੈ? ਇੱਕ ਐਡਜੈਕਟਿਵ ਦੀ ਤਰ੍ਹਾਂ ਕੰਮ ਕਰਦੇ ਆ। ਐਡਜੈਕਟਿਵ ਯਾਨੀ ਇੱਕ ਵਿਸ਼ੇਸ਼ਣ ਦੀ ਤਰ੍ਹਾਂ ਕੰਮ ਕਰਦੇ ਆ, ਬਟ ਇਹ ਵਿਸ਼ੇਸ਼ਣ ਨਹੀਂ ਹੁੰਦੇ, ਇਹ ਸਿਰਫ ਇੱਕ ਐਡਜੈਕਟਿਵ ਦੀ ਤਰ੍ਹਾਂ ਕੰਮ ਕਰਦੇ ਆ। ਸੋ ਏ ਐਨ ਦਾ, ਜਿਵੇਂ ਕੋਈ ਇੱਕ ਚੀਜ਼ ਹੈ ਜਾਂ ਕੋਈ ਇੱਕ ਸਪੈਸੀਫਿਕ ਚੀਜ਼ ਹੈ, ਇੱਕ ਲਈ ਆਪਾਂ ਏ ਯੂਜ਼ ਕਰਾਂਗੇ ਜਾਂ ਐਨ, ਅਤੇ ਕੋਈ ਸਪੈਸੀਫਿਕ ਚੀਜ਼ ਲਈ ਆਪਾਂ ਦਾ ਯੂਜ਼ ਕਰਾਂਗੇ। ਸੋ ਇਹ ਕੀ ਹੈ? ਇੱਕ ਤਰ੍ਹਾਂ ਦਾ ਵਿਸ਼ੇਸ਼ਣ ਹੈ ਕਿਸੇ ਨਾਊਨ ਦੇ ਲਈ, ਬਟ ਇੱਕ ਤਰ੍ਹਾਂ ਦਾ ਵਿਸ਼ੇਸ਼ਣ ਹੈ, ਪੂਰੀ ਤਰ੍ਹਾਂ ਵਿਸ਼ੇਸ਼ਣ ਨਹੀਂ ਹੈ, ਯਾਨੀ ਕਿ ਵਿਸ਼ੇਸ਼ਣ ਦੀ ਇੱਕ ਕਿਸਮ ਦੇ ਤਰ੍ਹਾਂ ਕੰਮ ਕਰਦਾ ਹੈ ਆਰਟੀਕਲਸ। ਨੈਕਸਟ ਦੇਖੋ, ਆਰਟੀਕਲਸ ਕੀ ਹੈ? ਆਰਟੀਕਲਸ ਆਰ ਆਫ 2 ਟਾਈਪਸ। ਆਰਟੀਕਲਸ ਕੀ ਹੈ? 2 ਤਰ੍ਹਾਂ ਦੇ ਹੈ, ਡੈਫੀਨੇਟ ਐਂਡ ਇਨਡੈਫੀਨੇਟ। ਡੈਫੀਨੇਟ ਯਾਨੀ ਨਿਸ਼ਚਿਤ, ਜੋ ਆਪਾਂ ਨੂੰ ਇੱਕ ਸਪੈਸੀਫਿਕ, ਇੱਕ ਨਿਸ਼ਚਿਤ ਚੀਜ਼ ਬਾਰੇ ਦਰਸਾਉਂਦੇ ਹੈ, ਉਹ ਕੀ ਹੈ? ਡੈਫੀਨੇਟ ਆਰਟੀਕਲਸ, ਜਿਹਦੇ ਵਿੱਚ ਸਿਰਫ ਦਾ ਆਉਂਦਾ ਹੈ। ਐਂਡ ਇਨਡੈਫੀਨੇਟ ਦਾ ਮਤਲਬ ਹੈ ਅਨਿਸ਼ਚਿਤ, ਜਿਸ ਤੋਂ ਆਪਾਂ ਕਿਸੇ ਅਨਿਸ਼ਚਿਤ ਚੀਜ਼ ਬਾਰੇ ਪਤਾ ਲਗਾਉਂਦੇ ਹਾਂ, ਜਾਂ ਇਹੋ ਜਿਹੀ ਚੀਜ਼ ਵੱਲ ਜੋ ਸੰਕੇਤ ਕਰਦਾ ਜੋ ਕਿ ਇੱਕ ਸਪੈਸੀਫਿਕ ਨਹੀਂ ਹੁੰਦੀ, ਅਨਿਸ਼ਚਿਤ ਹੁੰਦੀ ਹੈ, ਜਿਹਦੇ ਵਿੱਚ ਆਪਾਂ ਕੀ ਹੈ? ਏ ਅਤੇ ਐਨ ਦਾ ਯੂਜ਼ ਕਰਦੇ ਹਾਂ। ਸੋ ਡੈਫੀਨੇਟ ਯਾਨੀ ਦਾ, ਇੱਕ ਨਿਸ਼ਚਿਤ ਚੀਜ਼ ਲਈ, ਇੱਕ ਸਪੈਸੀਫਿਕ ਚੀਜ਼ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਦਾ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ, ਦ ਹਾਊਸ ਇਨ ਵਿਚ ਸ਼ੀ ਲਿਵਸ ਇਜ਼ ਬਿਗ, ਯਾਨੀ ਕਿ ਇੱਥੇ ਕਿਸੇ ਹਾਊਸ ਦੀ ਗੱਲ ਕੀਤੀ ਗਈ ਹੈ ਜਿੱਥੇ ਕੀ ਹੈ ਉਹ ਰਹਿੰਦੀ ਹੈ। ਸ਼ੀ ਲਿਵਸ ਇਜ਼ ਬਿਗ, ਯਾਨੀ ਕਿ ਜਿਹੜੇ ਘਰ ਵਿੱਚ ਉਹ ਰਹਿੰਦੀ ਹੈ ਉਹ ਕੀ ਹੈ? ਬਹੁਤ ਵੱਡਾ ਹੈ, ਯਾਨੀ ਇੱਕ ਸਪੈਸੀਫਿਕ ਘਰ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਅਗਰ ਆਪਾਂ ਸਪੈਸੀਫਿਕ ਘਰ ਦੀ ਗੱਲ ਨਹੀਂ ਕਰਾਂਗੇ ਤਾਂ ਅ ਹਾਊਸ ਆਏਗਾ, ਬਟ ਆਪਾਂ ਇੱਥੇ ਪਰਟੀਕੂਲਰ ਗੱਲ ਕੀਤੀ ਕਿ ਉਸੇ ਲੜਕੀ ਦਾ ਹੀ ਘਰ ਹੈ ਜਿੱਥੇ ਉਹ ਰਹਿੰਦੀ ਹੈ। ਸ਼ੀ ਲਿਵਸ ਯਾਨੀ ਇੱਕ ਲੜਕੀ ਦਾ ਘਰ ਹੈ ਜੋ ਕਿ ਬਹੁਤ ਵੱਡਾ ਹੈ। ਨੈਕਸਟ ਹੈ, ਦ ਗੋਲਡ ਆਫ ਨੇਪਾਲ ਇਜ਼ ਚੀਪ। ਵੈਸੇ ਤਾਂ ਗੋਲਡ ਜੋ ਹੈ ਹਰ ਜਗ੍ਹਾ 'ਤੇ ਮਿਲਦਾ ਹੈ ਨਾ, ਬਟ ਜੋ ਨੇਪਾਲ ਦਾ ਗੋਲਡ ਹੈ, ਸਪੈਸੀਫਿਕ ਆ ਗਿਆ ਕਿ ਨੇਪਾਲ ਦਾ ਜੋ ਗੋਲਡ ਆ ਬਹੁਤ ਹੀ ਚੀਪ ਹੈ, ਬਹੁਤ ਹੀ ਸਸਤਾ ਹੈ। ਸੋ ਇੱਕ ਸਪੈਸੀਫਿਕ ਚੀਜ਼ ਨੂੰ ਦਰਸਾਉਣ ਲਈ ਕਿਹੜਾ ਆਰਟੀਕਲ ਯੂਜ਼ ਕੀਤਾ ਜਾਂਦਾ ਹੈ? ਦਾ ਯੂਜ਼ ਕੀਤਾ ਜਾਂਦਾ, ਜੋ ਕਿ ਹੈ ਡੈਫੀਨੇਟ ਆਰਟੀਕਲ ਦੀ ਇੱਕ ਫੋਰਮ ਹੈ, ਜਾਂ ਡੈਫੀਨੇਟ ਆਰਟੀਕਲ ਦੇ ਵਿੱਚ ਆਪਾਂ ਦਾ ਨੂੰ ਯੂਜ਼ ਕਰਦੇ ਹਾਂ ਕਿਸੇ ਪਰਟੀਕੂਲਰ ਜਾਂ ਕਿਸੇ ਸਪੈਸੀਫਿਕ ਚੀਜ਼ ਨੂੰ ਦਰਸਾਉਣ ਲਈ। ਨੈਕਸਟ ਦੇਖੋ, ਇਨਡੈਫੀਨੇਟ। ਸੋ ਇਨਡੈਫੀਨੇਟ ਵਿੱਚ ਆਪਾਂ ਯੂਜ਼ ਕਰਦੇ ਹਾਂ ਏ ਔਰ ਐਨ ਦੀ। ਸੋ ਜੋ ਇੱਕ ਚੀਜ਼ ਹੈ ਉਹਦੇ ਲਈ ਆਪਾਂ ਏ ਯੂਜ਼ ਕਰਾਂਗੇ, ਐਂਡ ਜੋ ਸਾਊਂਡ ਵੋਵਲ ਦੀ ਆਏਗੀ ਉਹਦੀ ਜਗ੍ਹਾ ਆਪਾਂ ਕੀ ਹੈ? ਐਨ ਯੂਜ਼ ਕਰਾਂਗੇ। ਸੋ ਇਨਡੈਫੀਨੇਟ ਦਾ ਮਤਲਬ ਕੀ ਹੈ? ਆਪਾਂ ਨੂੰ ਕਿਸੇ ਚੀਜ਼ ਵੱਲ ਸੰਕੇਤ ਤਾਂ ਕੀਤਾ ਜਾਂਦਾ ਹੈ, ਬਟ ਉਹ ਕੀ ਹੈ? ਸਪੈਸੀਫਿਕ ਨਹੀਂ ਹੁੰਦੀ, ਮਤਲਬ ਆਪਾਂ ਨੂੰ ਉਸ ਚੀਜ਼ ਬਾਰੇ ਪਤਾ ਨਹੀਂ ਹੁੰਦਾ ਕਿ ਐਗਜ਼ੈਕਟ ਕੀ ਹੈ। ਫੋਰ ਐਗਜ਼ਾਮਪਲ, ਅ ਗਰਲ ਇਜ਼ ਵਾਕਿੰਗ। ਸੋ ਅ ਗਰਲ, ਆਪਾਂ ਨੂੰ ਇਹ ਦੱਸਿਆ ਕਿ ਇੱਕ ਲੜਕੀ ਵਾਕ ਕਰ ਰਹੀ ਹੈ, ਸੈਰ ਕਰ ਰਹੀ ਹੈ, ਬਟ ਕਿਹੜੀ ਲੜਕੀ? ਲੜਕੀਆਂ ਤਾਂ ਕਿੰਨੀ ਤਰ੍ਹਾਂ ਦੀਆਂ ਨਾ, ਸਪੈਸੀਫਿਕਲੀ ਕੋਈ ਮੈਂਸ਼ਨ ਨਹੀਂ ਕੀਤਾ ਕਿ ਉਹ ਵਾਲੀ ਲੜਕੀ ਜੋ ਟੌਲ ਹੈ, ਉਹ ਵਾਲੀ ਲੜਕੀ ਜੋ ਮੋਟੀ ਹੈ, ਉਹ ਵਾਲੀ ਲੜਕੀ ਜੋ ਸੋਹਣੀ ਹੈ, ਉਹ ਵਾਲੀ ਲੜਕੀ ਜੋ ਛੋਟੀ ਹੈ, ਹੈ ਨਾ। ਕੁਛ ਸਪੈਸੀਫਿਕ ਮੈਂਸ਼ਨ ਨਹੀਂ ਹੈ, ਸਿਰਫ ਇੰਨਾ ਦੱਸਿਆ ਕਿ ਲੜਕੀ ਹੈ ਇੱਕ ਜੋ ਕੀ ਹੈ? ਸੈਰ ਕਰ ਰਹੀ ਹੈ। ਆਈ ਨੀਡ ਐਨ ਅੰਬਰੇਲਾ।
ਇਹਦੇ ਵਿੱਚ ਕੀ ਹੈ ਐਨ ਅੰਬਰੇਲਾ, ਯਾਨੀ ਮੈਨੂੰ ਇੱਕ ਅੰਬਰੇਲਾ ਚਾਹੀਦਾ। ਹੁਣ ਇਹਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਨਹੀਂ ਗਾ ਕਿ ਮੈਨੂੰ ਉਹ ਬਲੈਕ ਵਾਲਾ ਅੰਬਰੇਲਾ ਚਾਹੀਦਾ ਹੈ, ਬਲੂ ਵਾਲਾ ਅੰਬਰੇਲਾ ਚਾਹੀਦਾ ਹੈ, ਜਾਂ ਫਿਰ ਕਲਰਫੁਲ ਅੰਬਰੇਲਾ ਚਾਹੀਦਾ ਹੈ, ਜਾਂ ਫਿਰ ਕਾਰਟੂਨਸ ਵਾਲਾ ਅੰਬਰੇਲਾ ਚਾਹੀਦਾ ਹੈ, ਜਾਂ ਕੋਈ ਵੀ ਟਾਈਪ ਆਫ ਅੰਬਰੇਲਾ, ਹੈ ਨਾ। ਮੈਂਸ਼ਨ ਨਹੀਂ ਕੀਤਾ ਗਿਆ, ਸਿਰਫ ਕੀ ਹੈ ਐਨ ਅੰਬਰੇਲਾ, ਯਾਨੀ ਮੈਨੂੰ ਇੱਕ ਅੰਬਰੇਲਾ ਚਾਹੀਦਾ। ਨੈਕਸਟ ਹੈ ਹੀ ਏਟ ਐਨ ਐਪਲ, ਉਹਨੇ ਇੱਕ ਐਪਲ ਖਾਇਆ। ਹੁਣ ਇਹਦੇ ਵਿੱਚ ਮੈਂਸ਼ਨ ਨਹੀਂ ਹੈ ਕਿ ਉਹਨੇ ਰੈੱਡ ਵਾਲਾ ਐਪਲ ਖਾਇਆ ਜਾਂ ਉਹਨੇ ਗ੍ਰੀਨ ਵਾਲਾ ਐਪਲ ਖਾਇਆ, ਉਹਨੇ ਬੜਾ ਵਾਲਾ ਐਪਲ ਖਾਇਆ, ਉਹਨੇ ਛੋਟਾ ਵਾਲਾ ਐਪਲ ਖਾਇਆ, ਜਾਂ ਜੋ ਟੇਬਲ 'ਤੇ ਐਪਲ ਪਿਆ ਸੀ ਉਹਨੇ ਉਹ ਖਾਇਆ, ਜੋ ਕਿਚਨ ਵਿੱਚ ਪਿਆ ਸੀ ਉਹਨੇ ਉਹ ਖਾਇਆ, ਕੁਛ ਮੈਂਸ਼ਨ ਨਹੀਂ ਹੈ। ਸਿਰਫ ਕੀ ਮੈਂਸ਼ਨ ਹੈ, ਉਹਨੇ ਇੱਕ ਐਪਲ ਖਾਇਆ। ਆਈ ਹੈਵ ਅ ਡੌਗ, ਮੇਰੇ ਕੋਲ ਇੱਕ ਡੌਗ ਹੈ, ਕੁਛ ਮੈਂਸ਼ਨ ਨਹੀਂ ਹੈ, ਬਲੈਕ ਔਰ ਵਾਈਟ, ਕੋਈ ਵੀ ਸਪੈਸੀਫਿਕ ਡੌਗ ਦਾ ਨੇਮ ਨਹੀਂ ਹੈ ਨਾ। ਸੋ ਕੀ ਹੈ, ਇੱਕ ਇਨਡੈਫੀਨਿਟ ਚੀਜ਼ ਹੈ, ਯਾਨੀ ਇੱਕ ਚੀਜ਼ ਵੱਲ ਸੰਕੇਤ ਤਾਂ ਕੀਤਾ ਜਾਂਦਾ ਹੈ, ਬਟ ਉਹ ਚੀਜ਼ ਪਰਟੀਕੂਲਰਲੀ ਕੀ ਹੈ, ਸਪੈਸੀਫਿਕਲੀ ਉਹ ਚੀਜ਼ ਕੀ ਹੈ, ਉਸ ਚੀਜ਼ ਦਾ ਕੁਛ ਮੈਂਸ਼ਨ ਨਹੀਂ ਹੁੰਦਾ। ਉੱਥੇ ਆਪਾਂ ਕੀ ਹੈ ਏ ਔਰ ਐਨ ਦਾ ਯੂਜ਼ ਕਰਦੇ ਹਾਂ। ਨੈਕਸਟ ਦੇਖੋ, ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ ਕਿ ਏ ਔਰ ਐਨ ਦਾ ਯੂਜ਼ ਕਿੱਥੇ ਕਿੱਥੇ ਕੀਤਾ ਜਾਂਦਾ ਹੈ। ਸੋ ਦੇਖੋ, ਯੂਜ਼ ਆਫ ਏ ਔਰ ਐਨ ਬਿਫੋਰ ਨਾਊਨ ਤੋਂ ਪਹਿਲਾਂ ਆਪਾਂ ਏ ਅਤੇ ਐਨ ਦਾ ਯੂਜ਼ ਕਿਵੇਂ ਕਰਾਂਗੇ। ਸੋ ਫਸਟ ਆਫ ਆਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਏ ਐਨ ਦਾ ਯੂਜ਼ ਹੁੰਦਾ ਕਿਸ ਚੀਜ਼ ਲਈ ਹੈ। ਸੋ ਏ ਐਂਡ ਐਨ ਦੋਨਾਂ ਦਾ ਯੂਜ਼ ਕਿੱਥੇ ਹੁੰਦਾ ਹੈ, ਜਿੱਥੇ ਕਾਊਂਟੇਬਲ ਸਿੰਗੂਲਰ ਨਾਊਨ ਦੀ ਗੱਲ ਹੋਏਗੀ। ਕਾਊਂਟੇਬਲ ਦਾ ਮਤਲਬ ਕਿ ਉਹ ਚੀਜ਼ ਕਾਊਂਟ ਕੀਤੀ ਜਾਏਗੀ, ਸਿੰਗੂਲਰ ਹੋਏਗੀ। ਸੋ ਕਾਊਂਟੇਬਲ ਹੋਏਗੀ ਅਤੇ ਸਿੰਗੂਲਰ ਹੋਏਗਾ ਜੋ ਨਾਮ, ਉੱਥੇ ਹੀ ਕੀ ਹੈ ਏ ਔਰ ਐਨ ਦਾ ਯੂਜ਼ ਕੀਤਾ ਜਾਏਗਾ। ਕਾਊਂਟੇਬਲ ਯਾਨੀ ਜੋ ਗਿਣਨਯੋਗ ਹੋਵੇ, ਸਿੰਗੂਲਰ ਯਾਨੀ ਜੋ ਇੱਕ ਵਚਨ ਦੇ ਵਿੱਚ ਹੋਵੇ, ਐਂਡ ਨਾਂਵ, ਆਪਾਂ ਨੂੰ ਪਤਾ ਹੈ ਨਾਂਵ ਦੀ ਜਗ੍ਹਾ 'ਤੇ ਜਾਂ ਨਾਂਵ ਤੋਂ ਪਹਿਲਾਂ ਯੂਜ਼ ਕੀਤਾ ਜਾਂਦਾ ਹੈ। ਸੋ ਕਿੱਥੇ ਯੂਜ਼ ਹੋਏਗਾ, ਕਾਊਂਟੇਬਲ ਸਿੰਗੂਲਰ ਨਾਊਨ ਦੇ ਨਾਲ ਯੂਜ਼ ਹੋਏਗਾ ਜਾਂ ਫਿਰ ਉਹਦੀ ਜਗ੍ਹਾ 'ਤੇ ਯੂਜ਼ ਹੋਏਗਾ। ਸੋ ਆਪਾਂ ਨੂੰ ਪਤਾ ਹੈ ਕਿ ਵਰਡਸ ਜੋ ਹੁੰਦੇ ਹੈ, ਆਪਾਂ ਵਰਡਸ ਪ੍ਰੋਨਾਊਂਸ ਕਰਦੇ ਹਾਂ, ਹੈ ਨਾ, ਬਟ ਜਦੋਂ ਆਪਾਂ ਲਿਖਦੇ ਹਾਂ ਉਹਦੇ ਵਿੱਚ ਆਪਾਂ ਸੋ ਵਰਡਸ ਦੀ ਜੋ ਲਿਖਣਾ ਹੁੰਦਾ, ਜਦੋਂ ਆਪਾਂ ਵਰਡਸ ਨੂੰ ਲਿਖਦੇ ਹਾਂ, ਲਾਈਕ ਆਪਾਂ ਪਹਿਲਾਂ ਇੱਕ ਵਰਡ ਪੜ੍ਹਿਆ ਅੰਬਰੇਲਾ, ਇੱਥੇ ਕੀ ਆ ਅੰਬ, ਯੂ ਨੂੰ ਕਰਕੇ ਪ੍ਰੋਨਾਊਂਸ ਕੀਤਾ ਜਾਂਦਾ ਹੈ ਨਾ। ਸੋ ਉਹਨਾਂ ਦੇ ਲਿਖਣ ਵਿੱਚ ਅਤੇ ਉਹਨਾਂ ਦੀ ਪ੍ਰੋਨਾਂਸੀਏਸ਼ਨ ਵਿੱਚ ਕੀ ਹੈ ਡਿਫਰੈਂਸ ਹੁੰਦਾ ਹੈ ਨਾ। ਸੋ ਏ ਔਰ ਐਨ ਦਾ ਯੂਜ਼ ਕੀ ਉਹਨਾਂ ਦੀ ਪ੍ਰੋਨਾਂਸੀਏਸ਼ਨ ਦੇ ਅਕੋਰਡਿੰਗ ਆਪਾਂ ਕਰਦੇ ਹਾਂ। ਜੋ ਵੋਵਲ ਸਾਊਂਡਸ ਹੈ, ਜੋ ਵੋਵਲਸ ਦੀ ਤਰ੍ਹਾਂ ਪ੍ਰੋਨਾਊਂਸ ਕੀਤੇ ਜਾਂਦੇ ਆ, ਉੱਥੇ ਆਪਾਂ ਐਨ ਯੂਜ਼ ਕਰਦੇ ਹਾਂ। ਐਂਡ ਜੋ ਕੌਨਸੋਨੈਂਟ ਸਾਊਂਡਸ ਹੈ, ਉੱਥੇ ਆਪਾਂ ਕੀ ਹੈ ਏ ਯੂਜ਼ ਕਰਦੇ ਹਾਂ, ਹੈ ਨਾ। ਸੋ ਫਸਟ ਆਪਣੇ ਕੋਲ ਕੀ ਆਉਂਦਾ, ਵਰਡ ਆਉਂਦਾ ਹੈ, ਅਤੇ ਫਸਟ ਸਾਊਂਡ ਯਾਨੀ ਵਰਡ ਅਤੇ ਸਾਊਂਡ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਕੀ ਹੈ ਏ ਔਰ ਐਨ ਦਾ ਯੂਜ਼ ਕਰਨਾ ਹੈ। ਨੈਕਸਟ ਦੇਖੋ ਕਿ ਆਪਾਂ ਯੂਜ਼ ਕਿਵੇਂ ਕਰਨਾ ਹੈ। ਸੋ ਅਕੋਰਡਿੰਗ ਟੂ ਪ੍ਰੋਨਾਂਸੀਏਸ਼ਨ ਦੇ ਅਕੋਰਡਿੰਗ ਕੀ ਹੈ 20 ਵੋਵਲ ਸਾਊਂਡਸ ਹੁੰਦੀਆਂ, ਬਟ ਅਲਫਾਬੈਟਿਕਲੀ ਆਪਾਂ ਨੂੰ ਪਤਾ ਹੈ ਕਿ 5 ਹੀ ਹੁੰਦੀਆਂ, ਏ, ਈ, ਆਈ, ਓ ਐਂਡ ਯੂ। ਅਲਫਾਬੈਟਿਕਲੀ ਦੇਖਿਆ ਜਾਵੇ ਤਾਂ ਇਹ 5 ਹੀ ਵੋਵਲ ਸਾਊਂਡਸ ਹੈ, ਵੋਵਲਸ ਹੈ, ਬਟ ਅਗਰ ਸਾਊਂਡਸ ਦੇ ਤੌਰ 'ਤੇ ਦੇਖਿਆ ਜਾਵੇ, ਪ੍ਰੋਨਾਂਸੀਏਸ਼ਨ ਇਹਨਾਂ ਦੀ ਦੇਖੀ ਜਾਵੇ ਤਾਂ ਇਹ ਕੀ ਹੈ 20 ਵੋਵਲ ਸਾਊਂਡਸ ਬਣਦੀਆਂ ਇਹਨਾਂ ਦੇ ਥਰੂ ਹੀ। ਸੋ ਨੈਕਸਟ ਦੇਖੋ, ਇੱਕ ਚਾਰਟ ਹੈ। ਸੋ ਇਹ ਜੋ ਚਾਰਟ ਹੈ, ਇਹਦੇ ਵਿੱਚ ਆਪਾਂ ਦੇਖਾਂਗੇ ਕਿ ਅਗਰ ਫਸਟ ਦੇਖੋ ਕਿ ਆਪਾਂ ਏ ਔਰ ਐਨ ਦਾ ਯੂਜ਼ ਕਿੱਥੇ ਕਿੱਥੇ ਅਤੇ ਕਿਵੇਂ ਕਰਨਾ ਹੈ। ਅਗਰ ਵਰਡ ਕੌਨਸੋਨੈਂਟ ਹੈ, ਫਸਟ ਵਰਡ ਕੌਨਸੋਨੈਂਟ ਹੈ ਅਤੇ ਉਹਦੀ ਸਾਊਂਡ ਵੀ ਕੌਨਸੋਨੈਂਟ ਹੈ, ਸੋ ਆਪਾਂ ਯੂਜ਼ ਕੀ ਕਰਾਂਗੇ, ਏ ਯੂਜ਼ ਕਰਾਂਗੇ। ਅਗਰ ਵਰਡ ਦਾ ਫਸਟ ਜੋ ਅਲਫਾਬੈਟ ਆ ਉਹ ਵੀ ਕੀ ਹੈ ਕੌਨਸੋਨੈਂਟ ਹੈ, ਸਾਊਂਡ ਵੀ ਉਹਦੀ ਕੌਨਸੋਨੈਂਟ ਹੈ, ਸੋ ਕੀ ਯੂਜ਼ ਹੋਏਗਾ ਉਹਦੇ ਅੱਗੇ, ਏ ਯੂਜ਼ ਹੋਏਗਾ। ਅਗਰ ਫਸਟ ਵਰਡ ਕੌਨਸੋਨੈਂਟ ਹੈ ਬਟ ਉਹਦੀ ਸਾਊਂਡ ਕੀ ਹੈ ਵੋਵਲ ਹੈ, ਸੋ ਆਪਾਂ ਕੀ ਯੂਜ਼ ਕਰਾਂਗੇ, ਐਨ ਯੂਜ਼ ਕਰਾਂਗੇ। ਸੋ ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਜੋ ਸਾਊਂਡ ਹੈ ਸਿਰਫ ਉਹੀ ਮੈਟਰ ਕਰਦੀ ਹੈ, ਵਰਡ ਦਾ ਕੌਨਸੋਨੈਂਟ ਹੋਣਾ ਰਿਟਨ ਵਿੱਚ ਮੈਟਰ ਨਹੀਂ ਕਰਦਾ। ਅਗਰ ਉਹਦੀ ਸਾਊਂਡ ਵੋਵਲ ਦੀ ਤਰ੍ਹਾਂ ਪ੍ਰੋਨਾਊਂਸ ਹੁੰਦੀ ਹੈ, ਸੋ ਆਪਾਂ ਕੀ ਲਗਾਵਾਂਗੇ, ਐਨ ਹੀ ਲਗਾਵਾਂਗੇ। ਅਗਰ ਵਰਡ ਫਸਟ ਅਲਫਾਬੈਟ ਵੀ ਵੋਵਲ ਹੈ ਐਂਡ ਉਹਦੀ ਸਾਊਂਡ ਕੀ ਹੈ ਕੌਨਸੋਨੈਂਟ ਹੈ, ਤਾਂ ਆਪਾਂ ਕੀ ਯੂਜ਼ ਕਰਾਂਗੇ, ਏ ਯੂਜ਼ ਕਰਾਂਗੇ। ਬਸ ਸਿਰਫ ਸਾਊਂਡ ਵੱਲ ਦੇਖਣਾ ਹੈ। ਅਗਰ ਸਾਊਂਡ ਵੋਵਲ ਹੈ ਤਾਂ ਐਨ ਯੂਜ਼ ਕਰਾਂਗੇ, ਸਾਊਂਡ ਕੌਨਸੋਨੈਂਟ ਹੈ ਤਾਂ
ए यूज़ करांगे। अगे देखो अगर दोनों ही वॉवल है यानी कि वर्ड भी वॉवल है एंड ਉਹਦੀ साउंड भी वॉवल है फिर ਤਾਂ ਕੀ ਹੈ बिल्कुल ही एन ही यूज़ होएगा। सो बेसिकली की है साउंड मैटर्स ओनली एंड ओनली साउंड मैटर्स सिर्फ की है साउंड मैटर करती है कि चाहे वर्ड की है कॉन्सोनेंट है। फॉर एग्जाम्पल अगर आप एम की एग्जाम्पल लेने एम एम ਨੂੰ ਆਪਾਂ ਕਿਵੇਂ ਬੋਲਦੇ ਹਾਂ ਐਮ है ना इस तरह बोलते हैं एम। सो ਇਹ ਕੀ ਹੈ ਇੱਕ ਵੋਵਲ ਦੀ ਸਾਊਂਡ ਨੂੰ ਪ੍ਰੋਨਾਊਂਸ ਕਰਦਾ ਹੈ। ਸੋ ਇਹਦੇ ਨਾਲ ਆਪਾਂ ਕੀ ਲਗਾਵਾਂਗੇ ਐਨ ਹੀ ਲਗਾਵਾਂਗੇ। ਇਹ ਚੀਜ਼ ਅੱਗੇ ਕਲੀਅਰ ਹੋਏਗੀ ਤੁਸੀਂ ਚਾਹੋ ਤਾਂ ਇਸ ਉਹਦਾ ਸਕਰੀਨਸ਼ਾਟ ਲੈ ਸਕਦੇ ਹੋ। ਨੈਕਸਟ ਦੇਖੋ फॉर एग्जाम्पल एन एम ए देखो मैं थानू दस्या कि जो एम है वो की है एम यानी इस तरह प्रोनाउंस होंदा है ना। सो एम यानी कि ये की है वॉवल साउंड है। वर्ड चाहे की है कॉन्सोनेंट अल्फाबेट की है एम जो कि एक कॉन्सोनेंट अल्फाबेट है बट ये साउंड की है वॉवल साउंड प्रोनाउंस होती है। तो ये नाल की लगेगा एन लगेगा। एन ऑरेंज हुण ओ देखो ओ की है ओ है मतलब ओ अल्फाबैटिकली भी वॉवल है एंड इसकी साउंड भी वॉवल है। सो की यूज़ होएगा एन। आर्ट आर्ट दे विच ए की है वॉवल है एंड इसकी साउंड भी की है वॉवल है। सो ये नाल की लगेगा एन लगेगा। नैक्सट देखो ए यूनिट हुण देखो जो यू है दैट इज़ अ वॉवल है ना। यू एक की है वॉवल है रिटन दे विच बट प्रोनंसीएशन की है यू यू इस तरह की प्रोनंसीएशन है यू यूनिट इत्थे एक वर्ड दे विच इहनूं की है यू की तरह प्रोनाउंस किया जाता है। सो एक ही एक कॉन्सोनेंट साउंड है। सो इत्थे की इहदे नाल की लगेगा ए लगेगा। नैक्सट है ए यूनियन वही एग्जाम्पल है यू कि यू की इत्थे कॉन्सोनेंट साउंड प्रोड्यूस करता पाया। एन एस डी ओ एन एस डी ओ देखो एस नूं आपां किवें प्रोनाउंस करते हैं एस है ना जो कि एक वॉवल की साउंड प्रोड्यूस कर रहा है। एस रिटन दे विच वर्ड है ये कॉन्सोनेंट अल्फाबेट बट ये साउंड किस चीज़ की प्रोड्यूस कर रहा है वॉवल साउंड प्रोड्यूस कर रहा है। सो ये नाल की लगेगा एन लगेगा। अ यूटेंसिल सो इत्थे भी की है यू अल्फाबेट की है ये वॉवल है बट साउंड की है दी कॉन्सोनेंट साउंड है यूटेंसिल। सो ये नाल की है ए लगेगा। अ लैंगुएज सो इहदा तो वैसे ये कोई है नहीं ताल्लुक इन्हां एग्जाम्पल्स विच फिर भी जो एक लैंगुएज है उहदे विच की है ए ही लगेगा बिकॉज लैंगुएज यानी एल एल इज़ अ कॉन्सोनेंट इन रिटन फॉर्म एंड ऑल्सो इन प्रोड्यूसिंग साउंड। सो एल दी की है अल्फाबेट भी की है कॉन्सोनेंट है एंड इहदी साउंड भी की है कॉन्सोनेंट है। सो इहदे नाल की है ओबवियसली ए ही मैंशन किया जाएगा। नैक्सट देखो सम मोर एग्जाम्पल्स जिहदे तो आपां नूं क्लीयर होएगा कि मैं तुहानूं पहला दस्सिया सी कि जो ए और एन है ये किहदे नाल लगणगे काउंटेबल सिंगुलर नाउन। सो हेयर इज़ फर्स्ट एग्जाम्पल अपनी की है ऑयल ऑयल देखो ओ की है दे विच अल्फाबेट भी वॉवल है एंड इहदी साउंड भी वॉवल है बट इहदे नाल ना ही ए लगेगा ना ही एन लगेगा। इहदे नाल ए एंड एन विचों कुछ नहीं लगेगा बिकॉज ये की है अनकाउंटेबल नाउन है। अनकाउंटेबल नाउन ऑयल ऑयल नूं आपां काउंट नहीं कर सकते है ना। सो एक अनकाउंटेबल नाउन है। सो आपां ए एंड एन कित्थे यूज़ करने जिथे सिर्फ काउंटेबल सिंगुलर नाउन होएगा ठीक है। इत्थे की है अनकाउंटेबल है सो इहदे नाल ना ही ए लगेगा ना ही एन लगेगा। नैक्सट देखो यूनिट्स पिछे आपां पढ़िया सी यूनिट वो किसी सिंगुलर विच सीगा है ना। सो इत्थे की है यूनिट्स यानी एस लग गया विच मीनस इट्स प्लूरल आपां प्लूरल दे नाल ना ही ए यूज़ करना ना ही एन यूज़ करना है। सो इत्थे भी ए और एन विचों कुछ नहीं यूज़ होएगा। नैक्सट उर्दू हुण उर्दू देखो इहदे विच ऊ यानी एक वॉवल दी साउंड आ रही है कॉन्सोने सॉरी यू खुद भी वॉवल है एंड इहदी साउंड भी की है वॉवल है उर्दू विच बट इत्थे ना ही ए यूज़ होएगा ना ही एन यूज़ होएगा बिकॉज आपां कित्थे यूज़ करना है जो काउंटेबल होवे सिंगुलर होवे नाउन होवे। हुण लैंगुएज है एक उर्दू
ठीक है। सो एक स्पैसिफिक चीज़ है, स्पैसिफिक लैंग्वेज है। सो स्पैसिफिक वर्ड्स ਲਈ ਆਪਾਂ ए और एन ਨੂੰ ਯੂਜ਼ ਨਹੀਂ ਕਰਨਾ। ਇਹਦੇ ਬਾਰੇ ਆਪਾਂ ਨੈਕਸਟ ਪੜਾਂਗੇ ਕਿ ਕੀ ਯੂਜ਼ ਕਰਨਾ ਇਹਦੇ ਨਾਲ ਅਤੇ ਕਿਵੇਂ ਕਿਵੇਂ ਯੂਜ਼ ਕਰਨਾ ਹੈ, ਕੀ ਇਹਦੇ ਵਿੱਚ ਐਕਸੈਪਸ਼ਨਸ ਆਉਂਦੀਆਂ। ਸੋ ਆਪਾਂ ਹੁਣ ਤੱਕ ਦੇਖਿਆ ਕਿ ਜੋ ए और एन है ਉਹਦਾ यूज़ ਕੀ ਹੈ, ਸਾਊਂਡ ਦੇ ਅਕੋਰਡਿੰਗ ਹੁੰਦਾ ਹੈ। ਚਾਹੇ ਵਰਡਸ ਦੇ ਜੋ ਫਰਸਟ ਅਲਫਾਬੈਟ ਹੈ ਉਹ ਕੌਨਸੋਨੈਂਟ ਹੋਣ, ਬਟ ਅਗਰ ਉਹਨਾਂ ਦੀ ਸਾਊਂਡ ਵੋਵਲ ਹੈ ਤਾਂ ਉਹਨਾਂ ਨਾਲ ਕੀ ਲੱਗੇਗਾ, ਐਨ ਲੱਗੇਗਾ। ਅਗਰ ਉਹਨਾਂ ਦੀ ਅਲਫਾਬੈਟ ਕੀ ਹੈ, ਵੋਵਲ ਹੈ, ਬਟ ਵੋਵਲ ਅਲਫਾਬੈਟ ਦੀ ਸਾਊਂਡ ਕੌਨਸੋਨੈਂਟ ਨਾਲ ਪ੍ਰੋਡਿਊਸ ਹੁੰਦੇ, ਜਿਵੇਂ ਯੂਨਿਟ ਵਿੱਚ ਯੂ ਦੀ, ਸੋ ਉੱਥੇ ਕੀ ਲੱਗੇਗਾ, ਏ ਲੱਗੇਗਾ। ਐਂਡ ਜੋ ਚੀਜ਼ ਕਾਊਂਟੇਬਲ ਨਹੀਂ ਹੈ ਉੱਥੇ ਕੀ ਲੱਗੇਗਾ, ਨਾ ਹੀ ਏ ਲੱਗੇਗਾ ਨਾ ਹੀ ਐਨ ਲੱਗੇਗਾ। ਜੋ ਚੀਜ਼ ਪਲੂਰਲ ਹੈ ਉੱਥੇ ਵੀ ਏ ਔਰ ਐਨ ਵਿੱਚੋਂ ਕੁਛ ਨਹੀਂ ਲੱਗੇਗਾ। ਐਂਡ ਸਪੈਸੀਫਿਕ ਚੀਜ਼ ਲਾਈਕ ਲੈਂਗੁਏਜ, ਉਹਦੇ ਵਿੱਚ ਵੀ ਏ ਔਰ ਐਨ ਵਿੱਚੋਂ ਕੁਛ ਨਹੀਂ ਲੱਗੇਗਾ। ਏ ਔਰ ਐਨ ਸਿਰਫ ਕਿੱਥੇ ਲੱਗਣਗੇ, ਜਿੱਥੇ ਕਾਊਂਟੇਬਲ ਸਿੰਗੂਲਰ ਨਾਊਨ ਦੀ ਗੱਲ ਹੋਏਗੀ। ਜੋ ਨਾਊਨ ਕੀ ਹੋਏਗਾ, ਕਾਊਂਟੇਬਲ ਵੀ ਹੋਏਗਾ ਅਤੇ ਸਿੰਗੂਲਰ ਵੀ ਹੋਏਗਾ, ਸਿਰਫ ਉੱਥੇ ਹੀ ਏ ਔਰ ਐਨ ਦਾ ਯੂਜ਼ ਕੀਤਾ ਜਾਏਗਾ। ਨੈਕਸਟ ਦੇਖੋ, ਹੁਣ ਆਪਾਂ ਅੱਗੇ ਹੋਰ ਪੜ੍ਹਦੇ ਕਿ ਏ ਔਰ ਐਨ ਦਾ ਯੂਜ਼ ਹੋਰ ਕਿਹੜੀਆਂ ਕਿਹੜੀਆਂ ਸਿਚੁਏਸ਼ਨਸ ਵਿੱਚ ਕੀਤਾ ਜਾ ਸਕਦਾ ਹੈ। ਫਸਟ ਆਫ ਆਲ ਕੀ ਹੈ, ਕੋਲੈਕਟਿਵ ਨਾਊਨ। ਕੋਲੈਕਟਿਵ ਨਾਊਨ ਯਾਨੀ ਜਿਹਨੂੰ ਆਪਾਂ ਕਹਿੰਦੇ ਇਕੱਠਵਾਚਕ ਨਾਮ, ਹੈ ਨਾ, ਇਕੱਠਵਾਚਕ ਨਾਮ। ਸੋ ਇਕੱਠ ਲਾਈਕ ਟੀਮ, ਅ ਟੀਮ ਆਫ ਪੀਪਲ ਲਿਖ ਸਕਦੇ ਆਪਾਂ, ਅ ਗਰੁੱਪ ਆਫ ਪੀਪਲ, ਐਨ ਅਸੈਂਬਲੀ ਆਫ ਸਟੂਡੈਂਟਸ, ਹੈ ਨਾ, ਐਨ ਆਰਮੀ ਆਫ। ਸੋ ਇੱਥੇ ਕੀ ਹੈ, ਏ ਲੱਗ ਗਿਆ ਬਿਕੋਜ਼ ਦੇਅਰ ਸਾਊਂਡਸ ਆਰ ਕੌਨਸੋਨੈਂਟ। ਐਂਡ ਇੱਥੇ ਅਸੈਂਬਲੀ ਐਂਡ ਆਰਮੀ ਹੈ ਜਿੱਥੇ ਇਹਨਾਂ ਦੀ ਕੀ ਹੈ, ਵੋਵਲ ਸਾਊਂਡ ਹੈ, ਸੋ ਇਹਦੇ ਨਾਲ ਕੀ ਲੱਗ ਗਿਆ, ਐਨ ਲੱਗ ਗਿਆ। ਸੋ ਜੋ ਕਲੈਕਟਿਵ ਨਾਊਨ ਹੈ, ਮੋਸਟਲੀ ਕਲੈਕਟਿਵ ਨਾਊਨ ਨਾਲ ਕੀ ਹੈ, ਏ ਔਰ ਐਨ ਹੀ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਦੇਖੋ, ਵੈਨ ਪ੍ਰੋਪਰ ਨਾਊਨ ਇਜ਼ ਯੂਜ਼ਡ ਐਜ਼ ਕਾਮਨ ਨਾਊਨ। ਦੇਖੋ ਪ੍ਰੋਪਰ ਨਾਊਨ ਯਾਨੀ ਜਿਹੜੇ ਖਾਸ ਨਾਮ ਹੈ ਉਹਨਾਂ ਨੂੰ ਆਮ ਨਾਮ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ, ਹੀ ਇਜ਼ ਅ ਤੇਂਦੁਲਕਰ। ਸੋ ਇੱਥੇ ਤੇਂਦੁਲਕਰ ਕੀ ਆਪਾਂ ਨੂੰ ਪਤਾ ਇੱਕ ਪ੍ਰੋਪਰ ਨਾਊਨ ਹੈ, ਲਾਈਕ ਸਚਿਨ ਤੇਂਦੁਲਕਰ ਇਜ਼ ਅ ਪ੍ਰੋਪਰ ਨਾਊਨ, ਹੈ ਨਾ। ਸੋ ਉਸ ਨਾਮ ਨੂੰ ਇੱਕ ਆਮ ਨਾਮ ਦੀ ਤਰ੍ਹਾਂ ਕਿਵੇਂ ਯੂਜ਼ ਕੀਤਾ ਗਿਆ ਹੈ। ਅਗਰ ਆਪਾਂ ਕਿਸੇ ਨੂੰ ਕੋਈ ਅੱਛਾ ਕ੍ਰਿਕਟ ਖੇਲਦਾ ਹੈ ਬੱਚਾ, ਜਾਂ ਕੋਈ ਬਹੁਤ ਹੀ ਅੱਛੀ ਬੈਟਿੰਗ ਕਰਦਾ, ਉਹਨੂੰ ਆਪਾਂ ਵੈਸੇ ਹੀ ਉਹਨੂੰ ਹੌਸਲਾ ਦੇਣ ਲਈ ਆਪਾਂ ਕਹਿ ਦਿੰਦੇ ਹਾਂ ਹੀ ਇਜ਼ ਅ ਤੇਂਦੁਲਕਰ, ਹੈ ਨਾ, ਕਿ ਉਹ ਲਾਈਕ ਤੇਂਦੁਲਕਰ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਚਿਨ ਤੇਂਦੁਲਕਰ ਹੀ ਹੈ, ਇਹਦਾ ਮਤਲਬ ਇਹ ਹੈ ਕਿ ਉਹ ਤੇਂਦੁਲਕਰ ਦੀ ਤਰ੍ਹਾਂ ਖੇਲ ਰਿਹਾ। ਸੋ ਜਦੋਂ ਆਪਾਂ ਪ੍ਰੋਪਰ ਨਾਊਨ ਨੂੰ ਇੱਕ ਐਜ਼ ਅ ਕਾਮਨ ਨਾਊਨ ਯੂਜ਼ ਕਰਦੇ ਹਾਂ ਤਾਂ ਉੱਥੇ ਕੀ ਲੱਗੇਗਾ, ਏ ਔਰ ਐਨ ਲੱਗੇਗਾ। ਇੱਥੇ ਕੀ ਲੱਗਿਆ, ਏ ਲੱਗਿਆ। ਨੈਕਸਟ ਐਗਜ਼ਾਮਪਲ ਹੈ, ਹੀ ਇਜ਼ ਅ ਕਾਲੀਦਾਸ। ਸੋ ਕਾਲੀਦਾਸ ਬਹੁਤ ਫੇਮਸ ਰਾਈਟਰ ਸੀ, ਹੈ ਨਾ। ਅਗਰ ਕੋਈ ਨਿਊ ਰਾਈਟਰ ਆਉਂਦਾ ਹੈ ਜੋ ਬਹੁਤ ਹੀ ਅੱਛੇ ਵੇ ਨਾਲ ਲਿਖਦਾ ਹੈ ਸੱਭਿਆਚਾਰ ਬਾਰੇ, ਕਲਚਰ ਬਾਰੇ, ਤਾਂ ਆਪਾਂ ਉਹਨੂੰ ਹੌਸਲਾ ਅਫਜ਼ਾਈ ਲਈ ਕਹਿ ਦਿੰਦੇ ਹਾਂ ਹੀ ਇਜ਼ ਅ ਕਾਲੀਦਾਸ, ਮਤਲਬ ਉਹ ਕੀ ਹੈ, ਕਾਲੀਦਾਸ ਦੀ ਤਰ੍ਹਾਂ ਹੈ। ਸੋ ਇੱਥੇ ਆਪਾਂ ਜੋ ਇੱਕ ਕਾਲੀਦਾਸ ਹੈ ਉਹਨਾਂ ਦਾ ਇੱਕ ਪ੍ਰੋਪਰ ਨਾਊਨ ਨੂੰ ਆਪਾਂ ਐਜ਼ ਕਾਮਨ ਨਾਊਨ ਯੂਜ਼ ਕਰ ਰਹੇ ਹਾਂ, ਤਾਂ ਉੱਥੇ ਆਪਾਂ ਕੀ ਲਗਾਵਾਂਗੇ, ਏ ਔਰ ਐਨ ਦਾ ਯੂਜ਼ ਕਰਾਂਗੇ। ਐਂਡ ਅਗਰ ਆਪਾਂ ਸਿਰਫ ਉਸ ਬੰਦੇ ਨੂੰ ਹੀ ਡਿਨੋਟ ਕਰਨਾ ਹੈ, ਲਾਈਕ ਰਾਮ, ਸੀਤਾ, ਸੋ ਆਪਾਂ ਇਹਦੇ ਵਿੱਚ ਏ ਔਰ ਐਨ ਦਾ ਯੂਜ਼ ਨਹੀਂ ਕਰਾਂਗੇ। ਬਟ ਅਗਰ ਆਪਾਂ ਇਹਨਾਂ ਨੂੰ ਹੀ ਐਜ਼ ਕਾਮਨ ਨਾਊਨ ਯੂਜ਼ ਕਰਾਂਗੇ ਫਿਰ ਹੀ ਆਪਾਂ ਸਿਰਫ ਏ ਔਰ ਐਨ ਦਾ ਯੂਜ਼ ਕਰਾਂਗੇ। ਜਿਵੇਂ ਇੱਥੇ ਸਿੰਪਲ ਲਿਖਿਆ ਹੋਇਆ, ਏ ਰਾਮ, ਏ ਸੀਤਾ, ਇਹ ਕੀ ਹੈ, ਬਿਲਕੁਲ ਰੋਂਗ ਹੈ। ਰਾਮ ਔਰ ਸੀਤਾ ਇਹ ਵਿਦਾਊਟ ਏ ਔਰ ਐਨ ਆਉਣਗੇ। ਬਟ ਅਗਰ ਆਪਾਂ ਕਿਸੇ ਬੰਦੇ ਦੇ ਕੈਰੈਕਟਰ ਦੀ ਤਾਰੀਫ ਕਰਨੀ ਹੋਏ, ਜਿਵੇਂ ਆਪਾਂ ਕਹਿੰਦੇ ਸੀ ਕਿ ਮਰਿਆਦਾ ਪੁਰਸ਼ੋਤਮ ਰਾਮ, ਹੈ ਨਾ, ਭਗਵਾਨ ਰਾਮ ਨੂੰ ਆਪਾਂ ਮਰਿਆਦਾ ਪੁਰਸ਼ੋਤਮ ਕਹਿੰਦੇ ਹਾਂ। ਸੋ ਅਗਰ ਆਪਾਂ ਕਿਸੇ ਬੰਦੇ ਦੀ ਤਾਰੀਫ ਕਰਨੀ ਹੋਏ, ਕਿਸੇ ਬੰਦੇ ਦੇ ਕੈਰੈਕਟਰ ਦੀ ਤਾਰੀਫ ਕਰਨੀ ਹੋਏ, ਸੋ ਆਪਾਂ ਉਹਨੂੰ ਡਿਨੋਟ ਕਰ ਸਕਦੇ ਹਾਂ, ਹੀ ਇਜ਼ ਅ ਰਾਮ ਆਫ ਕਲਯੁਗ, ਹੈ ਨਾ। ਇਸ ਤਰ੍ਹਾਂ ਕਹਿ ਕੇ ਉਹਨੂੰ ਡਿਨੋਟ ਕਰ ਸਕਦੇ ਕਿ ਉਹ ਕਲਯੁਗ ਦੇ ਵਿੱਚ ਵੀ ਇੱਕ ਕੀ ਹੈ, ਰਾਮ ਦੀ ਤਰ੍ਹਾਂ ਹੈ। ਸੋ ਉੱਥੇ ਆਪਾਂ ਰਾਮ ਔਰ ਸੀਤਾ ਜਾਂ ਇਸ ਤਰ੍ਹਾਂ ਦੇ ਕੁਝ ਸਪੈਸੀਫਿਕ ਜੋ ਪ੍ਰੋਪਰ ਨਾਊਨ ਹੁੰਦੇ ਹੈ, ਹੈ ਨਾ, ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਐਜ਼ ਯੂਜ਼ ਕਰ ਸਕਦੇ ਹਾਂ, ਕਿ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹਾਂ। ਬਟ ਸਪੈਸੀਫਿਕ ਉਸ ਪਰਸਨ ਨੂੰ ਡਿਨੋਟ ਕਰਨ ਲਈ ਆਪਾਂ ਪ੍ਰੋਪਰ ਨਾਊਨ ਦੇ ਨਾਲ ਏ ਔਰ ਐਨ ਦਾ ਯੂਜ਼ ਨਹੀਂ ਕਰਾਂਗੇ। ਨੈਕਸਟ ਦੇਖੋ, ਵਿਦ ਫਰੇਜ਼ਿਸ। ਫਰੇਜ਼ਿਸ ਕੀ ਹੁੰਦੇ ਆ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਅਖਾਣ ਟਾਈਪ ਕੁਛ, ਹੈ ਨਾ,
ਮੁਹਾਵਰੇ ਅਖਾਣ ਜੋ ਹੁੰਦੇ ਆ। ਸੋ ਫਰੇਜ਼ਿਸ ਦੇ ਨਾਲ ਵੀ ਕੀ ਹੈ, ਏ ਔਰ ਐਨ ਦਾ ਯੂਜ਼ ਹੁੰਦਾ ਹੈ। ਫੋਰ ਐਗਜ਼ਾਮਪਲ, ਇਨ ਅ ਹਰੀ, ਬਹੁਤ ਜਲਦੀ ਵਿੱਚ। ਇਨ ਅ ਡੈਲੇਮਾ, ਮਤਲਬ ਉਹ ਕਨਫਿਊਜ਼ਨ ਜੋ ਹੁੰਦੀ ਹੈ ਉਹਦੇ ਵਿੱਚ ਹੈ, ਉਹ ਇੱਕ ਡੈਲੇਮਾ ਦੇ ਵਿੱਚ ਹੈ। ਐਜ਼ ਅ ਰੂਲ, ਐਟ ਅ ਕੋਸਟ, ਮੇਕ ਐਨ ਐਕਸਕਿਊਜ਼, ਹੈ ਨਾ। ਇੱਥੇ ਈ ਜੋ ਹੈ ਐਕਸਕਿਊਜ਼ ਜੋ ਇੱਕ ਵੋਵਲ ਸਾਊਂਡ ਪ੍ਰੋਡਿਊਸ ਕਰੇ ਤੋਂ ਆਪਾਂ ਉੱਥੇ ਕੀ ਲਗਾਤਾ, ਐਨ ਲਗਾਤਾ। ਸੋ ਫਰੇਜ਼ਿਸ ਦੇ ਨਾਲ ਵੀ ਕੀ ਹੈ, ਏ ਔਰ ਐਨ ਦਾ ਯੂਜ਼ ਹੁੰਦਾ, ਕਿਉਂਕਿ ਫਰੇਜ਼ਿਸ ਕੀ ਹੁੰਦੇ, ਸਪੈਸੀਫਿਕਲੀ ਨਹੀਂ ਹੁੰਦੇ, ਹੈ ਨਾ। ਸੋ ਇਹਨਾਂ ਦੇ ਵਿੱਚ ਕੀ ਹੈ, ਏ ਔਰ ਐਨ ਦਾ ਯੂਜ਼ ਹੁੰਦਾ। ਨੈਕਸਟ ਦੇਖੋ, ਯੂਜ਼ਡ ਬਿਫੋਰ ਯੂਨਿਟਸ ਔਰ ਕਾਊਂਟਿੰਗ ਐਕਸਪ੍ਰੈਸਿੰਗ ਵਰਡਸ, ਯਾਨੀ ਯੂਨਿਟਸ ਕਿਸੇ ਚੀਜ਼ ਦੀਆਂ ਜਾਂ ਫਿਰ ਜੋ ਵਰਡਸ ਕਾਊਂਟਿੰਗ ਐਕਸਪ੍ਰੈਸ ਕਰਦੇ ਹੈ, ਕਿਸੇ ਚੀਜ਼ ਦੀ ਗਿਣਤੀ ਨੂੰ ਦਰਸਾਉਂਦੇ ਹੈ, ਜਾਂ ਫਿਰ ਕੁਛ ਯੂਨਿਟ ਹੁੰਦੀਆਂ ਜੋ ਇਕਾਈਆਂ ਕਹਿੰਦੇ ਆਪਾਂ ਕਿਸੇ ਚੀਜ਼ ਨੂੰ ਮੈਜਰ ਕਰਨ ਦੀਆਂ ਇਕਾਈਆਂ, ਹੈ ਨਾ, ਉਹਦੇ ਨਾਲ, ਜਾਂ ਫਿਰ ਕੁਛ ਨੰਬਰ ਜੋ ਆਪਾਂ ਨੂੰ ਐਕਸਪ੍ਰੈਸ ਕਰਦੇ ਵਰਡਸ, ਉਹਨਾਂ ਦੇ ਨਾਲ ਕੀ ਹੈ, ਏ ਔਰ ਐਨ ਦਾ ਯੂਜ਼ ਹੁੰਦਾ ਹੈ। ਜਿਵੇਂ ਅ ਡਜ਼ਨ, ਆਈ ਨੀਡ ਅ ਡਜ਼ਨ ਆਫ ਬਨਾਨਾਜ਼, ਹੈ ਨਾ, ਮੈਨੂੰ ਇੱਕ ਦਰਜਨ ਕੇਲੇ ਚਾਹੀਦੇ ਆ। ਇਸ ਤਰ੍ਹਾਂ ਆਪਾਂ ਕਹਿੰਦੇ ਹਾਂ ਡਜ਼ਨ ਕੀ ਹੈ, ਇੱਕ ਯੂਨਿਟ ਹੈ, ਇਟਸ ਅ ਯੂਨਿਟ। ਸੋ ਇਹਦੇ ਨਾਲ ਵੀ ਕੀ ਹੈ, ਏ ਲੱਗੇਗਾ। ਅ ਕਪਲ, ਹੁਣ ਕਪਲ ਵੀ ਇੱਕ ਤਰ੍ਹਾਂ ਦੀ ਯੂਨਿਟ ਹੀ ਹੈ ਕਿ ਉਹ ਕਪਲ ਹੈ ਇੱਕ, ਹੈ ਨਾ। ਸੋ ਉਹਦੇ ਨਾਲ ਵੀ ਕੀ ਹੈ, ਏ ਯੂਜ਼ ਹੋਏਗਾ। ਅ 100, 100 ਕੀ ਹੈ, ਇੱਕ ਕਾਊਂਟਿੰਗ ਐਕਸਪ੍ਰੈਸਿੰਗ ਵਰਡ ਹੈ ਨਾ। ਸੋ ਇਹਦੇ ਨਾਲ ਵੀ ਕੀ ਹੈ, ਏ ਯੂਜ਼ ਹੋਏਗਾ। ਅ ਮਿਲੀਅਨ, ਮਿਲੀਅਨ ਵੀ ਕੀ ਹੈ, ਇੱਕ ਕਾਊਂਟਿੰਗ ਐਕਸਪ੍ਰੈਸਿੰਗ ਵਰਡ ਹੈ। ਸੋ ਇਹਦੇ ਨਾਲ ਵੀ ਕੀ ਹੈ, ਏ ਯੂਜ਼ ਹੋਏਗਾ। ਸੋ ਜਿਹੜੇ ਵਰਡਸ ਆਪਾਂ ਨੂੰ ਕਾਊਂਟਿੰਗ ਐਕਸਪ੍ਰੈਸ ਕਰਦੇ ਆ ਜਾਂ ਫਿਰ ਕੋਈ ਇਕਾਈਆਂ ਦਰਸਾਉਂਦੇ ਆ ਕਿਸੇ ਚੀਜ਼ ਦੀਆਂ, ਡਜ਼ਨ, ਕਿਲੋ, ਗ੍ਰਾਮਸ, ਇਹ ਸਭ ਨਾਲ ਕੀ ਹੈ, ਏ ਯੂਜ਼ ਹੋਏਗਾ ਜਾਂ ਫਿਰ ਐਨ ਯੂਜ਼ ਹੋਏਗਾ। ਨੈਕਸਟ ਦੇਖੋ, ਏ ਔਰ ਐਨ ਹੋਰ ਕਿੱਥੇ ਯੂਜ਼ ਹੁੰਦੇ ਆ। ਅਗਰ ਆਪਾਂ ਏ ਔਰ ਐਨ ਦੇ ਨਾਲ ਇੱਕ ਪਲੂਰਲ ਨਾਮ ਨੂੰ ਲਗਾਈਏ ਤਾਂ ਉਹ ਪੂਰਾ ਸੈਂਟੈਂਸ ਕੀ ਹੈ, ਪੂਰੀ ਕਲਾਸ ਨੂੰ ਡਿਨੋਟ ਕਰੇਗਾ ਜਾਂ ਫਿਰ ਪੂਰੀ ਜਾਤੀ ਨੂੰ ਡਿਨੋਟ ਕਰੇਗਾ ਉਸ ਚੀਜ਼ ਦੀ। ਫੋਰ ਐਗਜ਼ਾਮਪਲ ਦੇਖੋ, ਅ ਡਾਕਟਰ ਇਜ਼ ਡੂਇੰਗ ਵਰਕ ਫॉर COVID-19, ਯਾਨੀ ਏ ਦੇ ਨਾਲ ਆਪਾਂ ਕੀ ਹੈ, ਡਾਕਟਰ ਲਗਾਤਾ। ਹੁਣ ਦੇਖੋ ਇੱਥੇ ਡਾਕਟਰ ਕੀ ਹੈ, ਇੱਕ ਇਨਸਾਨ ਨੂੰ ਨਹੀਂ ਡਾਕਟਰ ਕਿਹਾ ਗਿਆ, ਇੱਥੇ ਪੂਰੀ ਕਲਾਸ ਨੂੰ ਡਿਨੋਟ ਕੀਤਾ ਗਿਆ ਕਿ ਜੋ ਇੱਕ ਡਾਕਟਰ ਹੈ ਉਹ COVID-19 ਦੇ ਵਿੱਚ ਕੀ ਹੈ, ਆਪਦਾ ਕੰਮ ਬਹੁਤ ਹੀ ਬਖੂਬੀ ਨਿਭਾ ਰਹੇ ਆ, ਕਰ ਰਹੇ ਆ, ਕੰਮ ਕਰ ਰਹੇ ਆ ਆਪਦਾ। ਸੋ ਇੱਥੇ ਕੀ ਹੈ, ਡਾਕਟਰ ਕੀ ਇੱਕ ਪਲੂਰਲ ਨਾਊਨ ਹੈ ਓਬਵੀਅਸਲੀ, ਹੈ ਨਾ, ਕਿ ਡਾਕਟਰ ਇੱਕ ਬੰਦੇ ਲਈ ਆਪਾਂ ਯੂਜ਼ ਨਹੀਂ ਕੀਤਾ, ਇੱਥੇ ਆਪਾਂ ਕੀ ਹੈ, ਪੂਰੀ ਕਲਾਸ ਲਈ ਯੂਜ਼ ਕੀਤਾ, ਪੂਰੀ ਜੋ ਜਾਤੀ ਹੈ ਡਾਕਟਰਸ ਦੀ ਉਹਨਾਂ ਨੂੰ ਡਿਨੋਟ ਕਰਨ ਲਈ ਯੂਜ਼ ਕੀਤਾ ਹੈ। ਦੇਖੋ ਇਹ ਥੋੜ੍ਹੇ ਜਿਹੇ ਸਮਝਣ ਵਿੱਚ ਡਿਫਿਕਲਟ ਜ਼ਰੂਰ ਹੈ, ਬਟ ਇੱਕ ਵਾਰੀ ਆਪਾਂ ਜਦੋਂ ਇਹਨਾਂ ਦੀ ਪ੍ਰੈਕਟਿਸ ਕਰਾਂਗੇ ਤਾਂ ਉਦੋਂ ਕੀ ਹੈ, ਈਜ਼ੀ ਲੱਗਣਗੇ ਆਪਾਂ ਨੂੰ। ਸੋ ਇਸ ਵੀਡੀਓ ਨੂੰ ਦੋ ਵਾਰ ਤਾਂ ਐਟਲੀਸਟ ਸੁਣਿਓ ਤਾਂ ਕਿ ਤੁਹਾਨੂੰ ਇਹ ਚੀਜ਼ਾਂ ਅੱਛੀ ਤਰ੍ਹਾਂ ਸਮਝ ਆ ਜਾਣ। ਫਿਰ ਨੈਕਸਟ ਕਲਾਸ ਵਿੱਚ ਆਪਾਂ ਇਹਨਾਂ ਨਾਲ ਰਿਲੇਟਡ ਕੀ ਹੈ, ਫਿਲਿੰਗ ਦ ਬਲੈਂਕਸ ਜਾਂ ਕੁਛ ਹੋਰ ਐਕਸਰਸਾਈਜ਼ ਕਰਾਂਗੇ ਜਿਹਦੇ ਤੋਂ ਆਪਾਂ ਨੂੰ ਇਹ ਸਾਰੇ ਕੀ ਹੈ, ਕਲੀਅਰ ਹੋ ਜਾਣਗੇ। ਸੋ ਦੇਖੋ ਇਹਦੇ ਵਿੱਚ ਕੀ ਹੈ, ਏ ਦੇ ਨਾਲ ਕੀ ਆਪਾਂ ਪਲੂਰਲ ਨਾਊਨ ਲਗਾ ਦਿੰਦੇ ਹਾਂ, ਜਦੋਂ ਡਾਕਟਰ ਲਗਾਤਾ ਸੋ ਉਹ ਕੀ ਹੈ, ਪੂਰੀ ਹੋਲ ਕਲਾਸ ਨੂੰ ਡਿਨੋਟ ਕਰਦਾ ਹੈ। ਯਾਨੀ ਏ ਦੇ ਨਾਲ ਜੋ ਪਲੂਰਲ ਨਾਊਨ ਹੈ ਉਹ ਲੱਗ ਸਕਦਾ ਹੈ। ਕਿਵੇਂ ਲੱਗ ਸਕਦਾ ਹੈ, ਜਦੋਂ ਉਹ ਪਲੂਰਲ ਨਾਊਨ ਕੀ ਹੈ, ਪੂਰੀ ਕਲਾਸ ਨੂੰ ਡਿਨੋਟ ਕਰਦਾ ਹੈ, ਉਦੋਂ ਲੱਗੇਗਾ। ਵੈਸੇ ਤਾਂ ਆਪਾਂ ਪੜ੍ਹਿਆ ਕਿ ਏ ਔਰ ਐਨ ਦੇ ਨਾਲ ਕੀ ਹੈ, ਕਾਊਂਟੇਬਲ ਸਿੰਗੂਲਰ ਨਾਊਨ ਲੱਗੇਗਾ, ਹੈ ਨਾ। ਬਟ ਜਦੋਂ ਆਪਾਂ ਪਲੂਰਲ ਨਾਊਨ ਲਗਾਤਾ ਐਜ਼ ਸਿੰਗੂਲਰ, ਪਲੂਰਲ ਨੂੰ ਆਪਾਂ ਕੀ ਹੈ, ਐਜ਼ ਸਿੰਗੂਲਰ ਲਿਖ ਰਹੇ ਹਾਂ, ਯਾਨੀ ਡਾਕਟਰ ਨੂੰ ਆਪਾਂ ਡਾਕਟਰਸ ਨਹੀਂ ਲਿਖ ਰਹੇ, ਸਿੰਗੂਲਰ ਦੀ ਤਰ੍ਹਾਂ ਹੀ ਲਿਖ ਰਹੇ ਹਾਂ, ਬਟ ਫਿਰ ਵੀ ਇਹ ਸਿੰਗੂਲਰ ਹੋ ਕੇ ਵੀ ਕੀ ਹੈ, ਪੂਰੀ ਕਲਾਸ ਆਫ ਡਾਕਟਰਸ ਨੂੰ ਕੀ ਹੈ, ਡਿਨੋਟ ਕਰ ਰਿਹਾ। ਨੈਕਸਟ ਦੇਖੋ, ਲਾਸਟ ਐਗਜ਼ਾਮਪਲ ਦੀ ਤਰ੍ਹਾਂ ਹੀ ਆ ਕਿ ਏ ਔਰ ਐਨ ਨਾਲ ਅਗਰ ਆਪਾਂ ਡੋਮੈਸਟਿਕ ਐਨੀਮਲ ਇੱਕ ਲਿਖ ਦਈਏ ਤਾਂ ਉਹਦਾ ਮਤਲਬ ਕੀ ਹੈ, ਉਹ ਸਾਰੀ ਡੋਮੈਸਟਿਕ ਐਨੀਮਲਸ ਦੀ ਉਸ ਕਲਾਸ ਨੂੰ ਕੀ ਹੈ, ਡਿਨੋਟ ਕਰ ਰਿਹਾ। ਫੋਰ ਐਗਜ਼ਾਮਪਲ, ਅ ਕਾਓ ਗਿਵਸ ਅਸ ਮਿਲਕ, ਕਿ ਇੱਕ ਜੋ ਗਾਂ ਹੈ ਉਹ ਸਾਨੂੰ ਕੀ ਹੈ, ਮਿਲਕ ਦਿੰਦੀ ਹੈ, ਦੁੱਧ ਦਿੰਦੀ ਹੈ। ਸੋ ਇੱਥੇ ਆਪਾਂ ਸਿਰਫ ਇੱਕ ਗਾਂ ਦੀ ਹੀ ਗੱਲ ਨਹੀਂ ਕਰ ਰਹੇ ਕਿ ਇੱਕ ਸਪੈਸੀਫਿਕ ਗਾਂ ਹੈ ਤਾਂ ਆਪਾਂ ਉਹਦੀ ਗੱਲ ਕਰ ਰਹੇ ਹਾਂ, ਨਹੀਂ, ਇੱਥੇ ਆਪਾਂ ਕੀ ਹੈ, ਪੂਰੀ ਕਾਓ, ਜਿੰਨੀਆਂ ਵੀ ਕਾਓਜ਼ ਹੈ ਸਭ ਦੀ ਹੀ ਗੱਲ ਕਰ ਰਹੇ ਹਾਂ। ਮਤਲਬ ਕੀ ਹੈ, ਇੱਕ ਗਾਂ ਜੋ ਆਪਾਂ ਨੂੰ ਦੁੱਧ ਦਿੰਦੀ ਹੈ, ਉਹਦਾ ਮਤਲਬ ਕੀ ਹੈ ਕਿ ਗਾਂ ਦੁੱਧ ਦਿੰਦੀ ਹੈ, ਯਾਨੀ ਜਿੰਨੀਆਂ ਵੀ ਦੁਨੀਆ 'ਤੇ ਗਾਂ ਉਹ ਕੀ ਆਪਾਂ ਨੂੰ ਦੁੱਧ ਦਿੰਦੀਆਂ ਓਬਵੀਅਸਲੀ। ਐਨ ਔਕਸ ਇਜ਼ ਅ ਯੂਜ਼ਫੁਲ ਐਨੀਮਲ, ਕਿ ਜੋ ਇੱਕ ਔਕਸ ਹੈ ਉਹ ਕੀ ਹੈ, ਬਹੁਤ ਹੀ ਯੂਜ਼ਫੁਲ ਐਨੀਮਲ ਹੈ। ਸੋ ਇੱਥੇ ਆਪਾਂ ਸਿਰਫ ਇੱਕ ਔਕਸ ਦੀ ਗੱਲ ਨਹੀਂ ਕੀਤੀ, ਇੱਥੇ ਆਪਾਂ ਪੂਰੀ ਕਲਾਸ ਆਫ ਔਕਸਨਸ ਨੂੰ ਕੀ ਹੈ, ਡਿਨੋਟ ਕਰ ਰਹੇ ਹਾਂ। ਸੋ
ਆਪਾਂ ਚਾਹੇ ਪੜ੍ਹਿਆ ਕਿ ਏ ਔਰ ਐਨ ਕਾਊਂਟੇਬਲ ਸਿੰਗੂਲਰ ਨਾउन ਲਈ ਹੀ ਯੂਜ਼ ਹੁੰਦੇ ਆ, ਪਰ ਜਦੋਂ ਆਪਾਂ ਕਿਸੇ ਪਲੂਰਲ ਚੀਜ਼ ਨੂੰ ਐਜ਼ ਸਿੰਗੂਲਰ ਲਿਖ ਦਿੰਦੇ ਆ, ਜਿਵੇਂ ਪਿੱਛੇ ਆਪਾਂ ਡਾਕਟਰਸ ਦੀ ਜਗ੍ਹਾ ਡਾਕਟਰ ਲਿਖਿਆ, ਕਾਊਜ਼ ਦੀ ਜਗ੍ਹਾ ਕਾਊ ਲਿਖਿਆ, ਆਕਸਨਸ ਦੀ ਜਗ੍ਹਾ ਕੀ ਹੈ ਆਕਸ ਲਿਖਿਆ, ਸਿਰਫ ਆਕਸ ਲਿਖਿਆ, ਸੋ ਵਿਚ ਮੀਨਸ ਉਹ ਕੀ ਹੈ ਪੂਰੀ ਕਲਾਸ ਆਫ ਦੈਟ ਥਿੰਗ ਨੂੰ ਕੀ ਹੈ ਡਿਨੋਟ ਕਰਦੇ ਹੈ, ਕਿ ਉੱਥੇ ਡਾਕਟਰਸ ਦੀ ਪੂਰੀ ਕਲਾਸ ਨੂੰ, ਕਾਊ ਦੀ, ਆਕਸਨਸ ਦੀ ਸਾਰੀ ਕਲਾਸ ਨੂੰ ਕੀ ਆ ਉਹ ਡਿਨੋਟ ਕਰਦੇ ਹੈ, ਏ ਜਾਂ ਫਿਰ ਐਨ। ਨੈਕਸਟ ਦੇਖੋ, ਟੂ ਮੇਕ ਪਲੂਰਲ ਨਾउन ਟੂ ਸਿੰਗੂਲਰ। ਆਪਾਂ ਜੋ ਪਿੱਛੇ ਪੜ੍ਹਿਆ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਉਹਦੇ ਵਿੱਚ ਵੀ ਪਲੂਰਲ ਨੂੰ ਸਿੰਗੂਲਰ ਕਰਕੇ ਲਿਖਿਆ ਗਿਆ ਸੀ, ਹੈ ਨਾ। ਬਟ ਇਹਦੇ ਵਿੱਚ ਕੀ ਹੈ ਕਿ ਲਾਈਕ ਪਲੂਰਲ ਕਿਵੇਂ ਹੈ, 5 days ਵਰਕ, ਇੱਥੇ ਡੇਜ਼ ਕੀ ਹੈ ਪਲੂਰਲ ਹੈ, ਇਹਨੂੰ ਆਪਾਂ ਕਿਵੇਂ ਚੇਂਜ ਕੀਤਾ, ਅ 5 day ਵਰਕ, ਇਹਨੂੰ ਆਪਾਂ ਕੀ ਹੈ ਸਿੰਗੂਲਰ ਵਿੱਚ ਚੇਂਜ ਕਰਤਾ, ਇੱਥੇ 5 days ਹੈ, ਇੱਥੇ ਸਿਰਫ ਡੇ ਹੈ, ਅ 5 day ਵਰਕ। ਸੋ ਇਸ ਤਰ੍ਹਾਂ ਵੀ ਕੀ ਹੈ ਆਪਾਂ ਏ ਔਰ ਐਨ ਦਾ ਯੂਜ਼ ਕਰ ਸਕਦੇ ਹਾਂ। ਸੋ ਸਟੂਡੈਂਟਸ ਅੱਜ ਲਈ ਇੰਨਾ ਹੀ। ਅਗਰ ਤੁਹਾਨੂੰ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ। ਨੈਕਸਟ ਲੈਕਚਰ ਵਿੱਚ ਆਪਾਂ ਇਹਦੇ ਨਾਲ ਰਿਲੇਟਡ ਕੁਛ ਕੁਐਸਚਨਸ ਡਿਸਕਸ ਕਰਾਂਗੇ, ਐਂਡ ਦਾ ਯੂਜ਼ ਵੀ ਆਪਾਂ ਕਰਨਾ ਹਜੇ, ਸੋ ਉਹਦਾ ਯੂਜ਼ ਕਰਕੇ ਹੀ ਫਿਰ ਮੈਂ ਕੁਐਸਚਨ ਸਾਰੇ ਇਕੱਠੇ ਕਰੂੰਗੀ, ਤਾਂ ਕਿ ਜੋ ਤੁਹਾਡੇ ਡਾਊਟਸ ਹੋਣਗੇ ਉਹ ਕੁਐਸਚਨਸ ਵਾਲੀ ਕਲਾਸ ਵਿੱਚ ਆਪਣੇ ਕੀ ਹੈ ਕਲੀਅਰ ਹੋ ਜਾਣਗੇ। ਆਪਾਂ ਪੂਰੀ ਇੱਕ ਐਕਸਰਸਾਈਜ਼ ਕਰਾਂਗੇ ਏ ਐਨ ਦਾ ਨਾਲ ਰਿਲੇਟਡ। ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਵੀਡੀਓ ਅੱਛੀ ਲੱਗੀ ਹੋਏ ਕਮੈਂਟ ਡਾਊਨ ਕਰਕੇ ਜ਼ਰੂਰ ਦੱਸਿਓ, ਐਂਡ ਅਗਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਸਾਨੂੰ ਸਾਡੇ WhatsApp ਗਰੁੱਪ ਵਿੱਚ ਵੀ ਪੁੱਛ ਸਕਦੇ ਹੋ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।